ਲੁਧਿਆਣਾ ਦੇ ਵਿਜੀਲੈਂਸ ਬਿਊਰੋ ਰੇਂਜ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਅਤੇ ਮਾਹੌਲ ਤਣਾਅਪੂਰਨ ਬਣ ਗਿਆ ਜਦੋਂ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਵਿਜੀਲੈਂਸ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਵਿਜੀਲੈਂਸ ਨੂੰ ਸ਼ਿਕਾਇਤ ਕਰਨ ਪਹੁੰਚੇ ਸਨ। ਇਸ ਦੌਰਾਨ ਉਹਨਾਂ ਨੇ ਮੌਜੂਦ ਕਾਂਗਰਸ ਦੇ ਸੀਨੀਅਰ ਆਗੂਆਂ ਨੂੰ ਲਲਕਾਰੇ ਮਾਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰੀ ਨੂੰ ਬਚਾਉਣ ਲਈ ਹੋਰ ਭ੍ਰਿਸ਼ਟਾਚਾਰੀ ਇੱਥੇ ਬੈਠੇ ਹੋਏ ਹਨ। ਪੱਤਰਕਾਰਾਂ ਨਾਲ ਗੱਲ ਕਰਦੇ ਦੌਰਾਨ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਕੋਲ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਖਿਲਾਫ ਕੁਝ ਸਬੂਤ ਹਨ, ਉਹ ਵਿਜੀਲੈਂਸ ਨੂੰ ਦੇਣ ਲਈ ਇੱਥੇ ਪਹੁੰਚੇ ਹਨ। ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਤੋਂ ਬਾਅਦ ਕਈ ਕਾਂਗਰਸ ਦੇ ਆਗੂ ਉੱਥੇ ਕਾਰਵਾਈ ਹੋਣੀ ਹੈ, ਜਿਸ ਤੋਂ ਬਾਅਦ ਬੁਖਲਾਏ ਹੋਏ ਕਾਂਗਰਸੀ ਇੱਥੇ ਧਰਨਾ ਲਾਈ ਬੈਠੇ ਹਨ। ਇਹ ਗੁੰਡਾਗਰਦੀ ਗੁੰਡਾਗਰਦੀ ਹੈ, ਸਿਆਸੀ ਗੁੰਡਾਗਰਦੀ ਨਹੀਂ ਜਾਣੀ ਚਾਹੀਦੀ। नहीं चलेगी, नहीं चलेगी, ਸਿਆਸੀ ਗੁੰਡਾਗਰਦੀ ਨਹੀਂ ਚਲੇਗੀ, नहीं चलेगी, नहीं चलेगी। ਭੁੱਲ ਜਾਓ ਤੁਹਾਡੀ ਸਰਕਾਰ ਹੈ ਹੁਣ ਚੋਰੋ, ਭੁੱਲ ਜਾਓ ਤੁਹਾਡੀ ਸਰਕਾਰ ਹੈ ਹੁਣ। ਇੱਥੇ ਬੜਾ ਵੱਡਾ ਹਜੂਮ ਕਾਂਗਰਸ ਪਾਰਟੀ ਦਾ ਇਕੱਠਾ ਹੋਇਆ ਹੈ, ਉਹਦੇ ਵਾਸਤੇ ਕੀ ਕਹਿਣਾ ਚਾਹੁੰਦੇ ਹੋ? ਸਾਰੇ ਚੋਰ ਚੱਕੇ ਇਕੱਠੇ ਹੋਏ ਆ, ਸਾਰੇ ਡਾਕੂ ਇਕੱਠੇ ਹੋਏ ਆ। ਇਹਨਾਂ ਦਾ ਸਰਦਾਰ ਜਿਹੜਾ ਇੱਥੇ ਰਾਜਾ ਵੜਿੰਗ ਜੇ ਆਇਆ ਹੋਇਆ ਹੈਗਾ, ਇਹ ਵੱਡੀਆਂ ਦੀਆਂ ਚੋਰੀਆਂ ਦਾ ਕਰੋੜਾਂ ਰੁਪਈਆ ਦਾ ਜਿਹੜਾ ਹੈ ਇਹਨੇ ਗੁਨਾਹ ਕੀਤਾ ਹੋਇਆ। ਇਹਨੂੰ ਵਿਜੀਲੈਂਸ ਨੂੰ ਚਾਹੀਦਾ ਇਹਨੂੰ ਫੜ ਕੇ ਗਲੋਂ ਅੰਦਰ ਦਿੱਤਾ ਜਾਵੇ ਤੇ ਵੀ ਇੱਕ ਪਰਚਾ ਦਰਜ ਕਰਨਾ ਹੁਣੇ ਬਣਦਾ। ਮੱਤੇਵਾੜੇ ਵੇਲੇ ਵੀ ਮੈਂ ਗੱਲ ਚੱਕੀ ਸੀ, ਅੱਜ ਵੀ ਇਹਦੀ ਹਿੰਮਤ ਹੈ ਤਾਂ ਬਾਹਰ ਆਵੇ। ਸੇਖੋ ਸਾਹਿਬ, ਜਿੱਥੇ ਤਾਂ ਧਾਰਾ 144 ਲੱਗੀ ਹੋਈ ਆ ਔਰ 4 ਬੰਦਿਆਂ ਤੋਂ ਵੱਧ ਇਕੱਠ ਨਹੀਂ ਹੋ ਸਕਦਾ, ਇੱਥੇ ਕਾਨੂੰਨ ਦੀ ਉਲੰਘਣਾ ਨਹੀਂ ਕੀਤੀ ਜਾ ਰਹੀ। ਇੱਥੇ ਜਿਹੜੇ ਇਹਨਾਂ ਨੇ ਕੀਤਾ ਇਹ ਕਾਨੂੰਨ ਦੀ ਉਲੰਘਣਾ ਕਰਨ ਦਾ ਇਹਨਾਂ ਕੋਲ ਲਾਇਸੈਂਸ ਹੈ। ਰਵਨੀਤ ਬਿੱਟੂ ਜਿਹੜਾ ਹੈਗਾ ਉਹਨੇ ਪੁਲਿਸ ਦੀ ਵਰਦੀ ਨੂੰ ਹੱਥ ਪਾਇਆ, ਚੋਰ ਕਿਹਾ। ਠੀਕ ਹੈ, ਆ ਤਾਂ ਸਾਡੀ ਪੁਲਿਸ ਡਿਪਾਰਟਮੈਂਟ ਦੀ ਹਾਲਤ ਮਾੜੀ ਹੋਈ ਹੈ। ਜਿਹੜੇ ਮੈਨੂੰ ਯਾਰ ਜਸਟ ਵੇਟ ਤੁਹਾਡੀ ਗੱਲ ਕਰ ਰਿਹਾ ਮੈਂ, ਮੈਨੂੰ ਕੋਈ ਲੋੜ ਨਹੀਂ ਪੁਲਿਸ ਤੱਕ, ਠੀਕ ਹੈਗੀ, ਮੈਂ ਤੁਹਾਡੀ ਹੀ ਗੱਲ ਕਰ ਰਿਹਾ। ਇਹ ਜਿਹੜੇ ਚੋਰ ਜਿਹੜਾ ਹੈਗਾ ਖਾਨਦਾਨ ਇੱਕ ਜਿਹੜਾ ਹੈਗਾ ਡਕੈਤਾਂ ਦਾ, ਜਿਨ੍ਹਾਂ ਨੇ ਇੱਕ ਸਿੱਖੀ ਦੇ ਵਿੱਚ ਪੂਰਾ ਦਾ ਪੂਰਾ ਇੱਕ ਸਾਡੀ ਪੀੜ੍ਹੀ ਖਾ ਗਏ, ਅੱਜ ਪੁਲਿਸ ਅਫਸਰਾਂ ਦੇ ਗਲਾਂ ਨੂੰ ਹੱਥ ਪਾਉਂਦੇ ਆ, ਉਹਨਾਂ ਨੂੰ ਚੋਰ ਕਹਿੰਦੇ ਆ। ਇਹ ਚੋਰ ਇੱਥੇ ਆ ਕੇ ਮੱਥਾ ਲਾਉਣ, ਮੈਂ ਵੀ ਪੁਲਿਸ ਡਿਪਾਰਟਮੈਂਟ ਨੂੰ ਬਿਲੋਂਗ ਕਰਦਾ ਹਾਂ। ਸੇਖੋ ਸਾਹਿਬ, ਜਿੱਥੇ ਤਾਂ ਇਹ ਲੋਕ ਕਹਿੰਦੇ ਸੀਗੇ ਅਸੀਂ ਵਿਜੀਲੈਂਸ ਆਫਿਸ ਗਏ, ਸਾਨੂੰ ਗ੍ਰਿਫਤਾਰ ਨਹੀਂ ਕੀਤਾ, ਜੇ ਹੁਣ ਗ੍ਰਿਫਤਾਰ ਕਰ ਰਹੇ ਨੇ ਉਹਨੂੰ ਕੀ ਦਿੱਕਤ ਕੀ ਆ ਰਹੀ ਹੈ? ਮੈਂ ਤਾਂ ਇਹੀ ਕੁਐਸਚਨ ਮੇਰਾ, ਕਿਉਂਕਿ ਅਗਲੇ ਪਰਚੇ ਇਹਨਾਂ ਤੇ ਹੋਣੇ ਆ, ਰਵਨੀਤ ਬਿੱਟੂ ਤੇ ਹੋਣਾ, ਔਰ ਰਾਜਾ ਪਿੰਡ ਤੇ ਹੋਣਾ, ਇਹਨਾਂ ਦਾ ਸੰਦੀਪ ਸੰਧੂ ਹੈ ਉਹਦੇ ਤੇ ਹੋਣਾ, ਮਨਪ੍ਰੀਤ ਬਾਦਲ ਦੇ ਹੋਣੇ ਆ। ਪ੍ਰੈਸ ਦਾ ਧਿਆਨ ਕਰੋ ਯਾਰ। ਸੇਖੋ ਸਾਹਿਬ, ਜਿਵੇਂ ਕਿ ਭਾਰਤ ਭੂਸ਼ਣ, ਗੱਲ ਹੀ ਕਰ ਰਹੇ ਹਾਂ, ਥੋੜਾ ਰਿਹਾ। ਡੋਂਟ ਡੂ ਦਿਸ। ਸੇਖੋ ਸਾਹਿਬ, ਜਿਵੇਂ ਕਿ ਭਾਰਤ ਭੂਸ਼ਣ ਆਸ਼ੂ ਹੁਣ ਅੰਦਰ ਜਾ ਚੁੱਕਾ ਹੈ, ਅਗਲਾ ਨੰਬਰ ਕਿੰਦਾ ਹੋ ਸਕਦਾ? ਤੁਸੀਂ ਮੈਨੂੰ ਬਾਕੀ ਛੱਡੋ, ਸਾਡੇ ਡਿਪਾਰਟਮੈਂਟ ਦਾ ਹਾਲ ਵੇਖ ਲਓ, ਬਾਕੀ ਛੱਡੋ, ਮੈਂ ਗੱਲ ਕਰ ਰਿਹਾ। ਠੀਕ ਡੈਮੋਕ੍ਰੇਟਿਕ ਕੋਈ ਹੈ ਤਾਂ ਨਹੀਂ, ਵੈਪਨ ਤਾਂ ਲੜਤਾ ਨਹੀਂ ਰਿਹਾ ਕਿਸੇ ਨਾਲ, ਤਾਂ ਇਹਨਾਂ ਨੂੰ ਇਹ ਹੁਕਮ ਵੀ ਨਹੀਂ ਕਿ ਬੋਲਦੇ ਵਾ ਜਸਟ ਯਾਰ ਥੋੜਾ ਰਿਲੈਕਸ ਐ ਲੱਗੇ। ਕਹਿੰਦੇ ਵੀ ਆਸ਼ੂ ਜਿਹੜੇ ਆ ਆਪਣੇ ਨਾਲ ਲੈ ਕੇ ਨਹੀਂ ਇੱਥੇ ਖੜਨਾ ਇਹਨਾਂ ਚੋਰਾਂ ਦੇ ਸਾਹਮਣੇ, ਉਹਨਾਂ ਨੂੰ ਲੈ ਕੇ ਆਓ। ਜੇ ਇਹਨਾਂ ਦੀ ਹਿੰਮਤ ਹੈ ਇੱਥੇ ਆਵੇ ਰਾਜਾ ਵੜਿੰਗ ਸਾਹਮਣੇ ਗੱਲ ਕਰੇ, ਠੀਕ ਹੈ। ਉਹ ਚੋਰੋ ਆਵਾ, ਥੋੜੀ ਹਿੰਮਤ ਹੈ ਕੀ ਤਾਂ ਡਾਕੂ ਉਹ ਡਕੈਤੋ। ਆਸ਼ੂ ਕਹਿੰਦੇ ਕੱਪੜੇ ਨਾਲ ਲੈ ਕੇ ਗਏ ਸੀ, ਪਰ ਆਪਣੇ ਪੀਏ ਨੂੰ ਕਿਉਂ ਨਹੀਂ ਨਾਲ ਲੈ ਕੇ, ਜਿਹੜੇ ਸੇ ਸਾਰੇ ਜਨਾ ਚਾਹਦੇ ਅੱਜ ਰੋਕ ਰਹੇ ਆ। ਕੱਲ ਨੂੰ ਤੁਹਾਨੂੰ ਉੱਥੇ ਵੇਖਾਂਗੇ ਕੋਰਟ ਦੇ ਵਿੱਚ, ਜੇ ਹਿੰਮਤ ਹੈ ਤਾਂ ਤਕੜੇ ਹੋ ਕੇ ਆਇਆ ਜੇ। ਰਾਜਾ ਵੜਿੰਗ ਇਹ ਡੰਡਾ ਚੋਰਾਂ ਦਾ ਸਰਦਾਰ, ਇਹਦੇ ਤੇ ਆਪਣੇ ਤੇ ਜਿਹੜੀਆਂ ਬੱਸਾਂ ਦੀਆਂ ਬਾਡੀਆਂ ਦਾ ਕਰੋੜਾਂ ਰੁਪਏ ਦਾ ਇਲਜ਼ਾਮ ਹੈ। ਇਹਨੂੰ ਵੀ ਗਲੋਂ ਫੜ ਕੇ ਐਵੇਂ ਇੱਥੇ ਅੰਦਰ ਦੇਣ ਵਾਲਾ, ਠੀਕ ਹੈ। ਇਹਦੇ ਖਿਲਾਫ ਇਨਕੁਆਇਰੀ ਖੁੱਲੀ ਹੋਈ ਹੈ, ਇਹਦੀ ਸੈਂਕਸ਼ਨ ਮੰਗੀ ਹੋਈ ਹੈ, ਕਿਉਂਕਿ ਇਹਨਾਂ ਦੀਆਂ ਸੈਂਕਸ਼ਨਾਂ ਲੈਣੀਆਂ ਪੈਂਦੀਆਂ ਪਹਿਲਾਂ ਚੋਰਾਂ ਦੀਆਂ। ਆਮ ਬੰਦੇ ਵਾਸਤੇ ਹੋਰ ਕਾਨੂੰਨ ਹੈ, ਚੋਰਾਂ ਚੱਕਿਆਂ ਵਾਸਤੇ ਹੋਰ ਕਾਨੂੰਨ ਹੈਗਾ। ਸਰ ਅੱਜ ਬਦਲੇ ਦੀ ਰਾਜਨੀਤੀ ਕਹਿ ਰਹੇ ਇਹ, ਪਰ ਜਦੋਂ ਕਿ ਇਹ ਬਾਦਲਾਂ ਦੀਆਂ ਬੱਸਾਂ ਫੜਦੇ ਸੀ ਉਸ ਵੇਲੇ ਬਦਲੇ ਦੀ ਇਹਨੂੰ ਉਦੋਂ ਨਹੀਂ ਦੱਸਦਾ ਸੀ ਜਦੋਂ ਇਹ ਬਲਵਿੰਦਰ ਸੇਖੋਂ ਵਰਗਿਆਂ ਨੂੰ ਤੇ ਹੋਰ ਲੋਕਾਂ ਨਾਲ ਧੱਕੇ ਕਰਦਾ ਸੀਗਾ। ਅੱਜ ਇਹਨਾਂ ਨੂੰ ਭੈੜਾ ਲੱਗਦਾ ਹੈ। ਇਹ ਸਭ ਕੁੱਤੇ ਦੇ ਪੁੱਤ ਇਕੱਠੇ ਹੋਏ, ਮੈਨੂੰ ਕਿਸੇ ਡਰ ਨਹੀਂ ਲੱਗਦਾ। ਆਵੇ ਬਾਹਰ ਜੇ ਹਿੰਮਤ ਹੈਗੀ ਇਹਦੇ ਚ। ਆ ਰਿਸੀਵ ਕਰਾ ਗਿਆ ਹੈ ਜੀ, ਕੰਪਲੇਂਟ ਮੇਰੀ ਲੈ ਲਈ ਗਈ ਹੈ, ਠੀਕ ਹੈ। ਸੇਖੋ ਸਾਹਿਬ ਇੱਧਰ ਫੇਸ ਰੱਖਿਓ ਜੀ। ਹਾਂਜੀ ਸੇਖੋ ਸਾਹਿਬ ਕਾਦੀ ਇਹ ਜਿਹੜੀ ਰਿਸੀਵ ਕਰਾ ਗਏ ਕੀ ਹੈ? ਇਹ ਜਿਹੜੇ 4 ਮਜ਼ਲੂਮਾਂ ਦੇ ਕਤਲ ਜਿਹੜੇ ਇਸ ਖਾਤੇ ਬੋਲਦੇ ਆ, ਇਹ ਜਿਹੜਾ ਭ੍ਰਿਸ਼ਟ ਅੰਦਰ ਬੈਠਾ ਹੈ ਇਹਦੇ ਨਾਮ ਤੇ, ਉਹਦੀ ਜਿਹੜੀ ਹੈ, ਇਸ ਤੋਂ ਇਲਾਵਾ ਹੋਰ ਵੀ ਐਵੀਡੈਂਸ ਜਿਹੜੀ ਇਹਦੀਆਂ ਕਰਪਸ਼ਨਾਂ ਦੀ ਜਿਹੜੀ ਹੈਗੀ ਉਹ ਵੀ ਦੇ ਕੇ ਆਂਦੀ ਹੈ ਨਾਲ। ਜਿਹੜੇ ਕਤਲ ਹੈਗੇ, ਜਿਹੜੇ 3 ਜਿਹੜੀਆਂ ਲੇਡੀਜ਼ ਸੀਗੀਆਂ, ਇੱਕ ਪੁਲਿਸ ਕਾਂਸਟੇਬਲ ਸੀਗਾ, ਇੱਕ ਬੰਬ ਧਮਾਕਾ ਜਿਹੜਾ ਗੁੜ ਮੰਡੀ ਵਾਲਾ ਹੈਗਾ, ਉਹਦੀ ਐਵੀਡੈਂਸ ਸਾਰੀ ਦੇ ਕੇ ਆਂਦੀ ਹੈ ਕਿ ਬਤੌਰ ਸਿਟੀਜ਼ਨ ਇਹ ਚੀਜ਼ ਮੇਰਾ ਰਾਈਟ ਹੈ, ਤੇ ਉਹਨਾਂ ਨੇ ਰਿਸੀਵ ਕਰ ਲਈ ਹੈ ਤੇ ਨਾਲ ਲੱਗੀ ਇਹ। ਤੇ ਹੁਣ ਬਸਤਾ ਇਹਦਾ ਬਹੁਤ ਭਾਰੀ ਹੋ ਗਿਆ। ਹੁਣ ਤੱਕ ਤਾਂ ਇਹ ਜਿਹੜੇ ਗਵਾਹਾਂ ਨੂੰ ਡਰਾ ਧਮਕਾ ਲੂਗਾ। ਇਹਦਾ ਗਵਾਹ ਹੁਣ ਮੈਂ ਵੀ ਹੈਗਾ ਇਸ ਕੇਸ ਦਾ। ਅਸੀਂ ਸਾਰੀ ਪੁਲਿਸ ਗਵਾਹ, ਅਸੀਂ ਸਾਰੇ ਗਵਾਹ। ਹਾਂ, ਤੇ ਬਾਕੀ ਪਰਿਵਾਰ ਸਾਡਾ ਖੜਾ ਹੈ, ਜਿਹੜਾ ਆਲਰੇਡੀ ਜਿਹੜਾ ਹੈਗਾ ਮਹਿਕਮੇ ਦਾ ਸਤਾਇਆ ਹੋਇਆ, ਜਿਹੜਾ ਜਿੰਨੇ ਵੀ ਲੋਕ ਪੂਰਾ ਪੰਜਾਬ ਕੋ ਮੇਰੇ ਕੋਲ 2000 ਅੱਜ ਜਿਹੜੇ ਖੜੇ ਆ ਇਹ ਤਾਂ 30-40 ਹੋਣਗੇ। ਅਗਰ ਗਿਣਨ ਲੱਗ ਜਾਣਗੇ ਤਾਂ ਫਿਰ 5-7 ਹਜ਼ਾਰ 10 ਹਜ਼ਾਰ ਹੈ ਪੋਸਟ। ਸਭ ਤੋਂ ਇੱਕ ਮਿੰਟ ਸਭ ਤੋਂ ਕੀਮਤੀ ਸਾਡਾ ਹੈਗਾ ਸਿਪਾਹੀ, ਸਭ ਤੋਂ ਘਟੀਆ ਹੈਗਾ ਸਾਡਾ ਡੀਜੀਪੀ। ਤੁਸੀਂ ਕੀਮਤੀ ਲੋਕ ਇੱਥੇ ਖੜੇ ਆ, ਘਟੀਆ ਲੋਕ ਕੁਰਸੀਆਂ ਤੇ ਬੈਠੇ ਆ। ਇਸ ਕਰਕੇ ਸਭ ਤੋਂ ਕੀਮਤੀ ਸਿਪਾਹੀ, ਮੈਂ ਵੀ ਸਿਪਾਹੀ ਹਾਂ, ਮੈਂ ਡੀਐਸਪੀ ਕਹਿੰਦੇ ਨਹੀਂ ਆਪਦੇ ਆਪ ਨੂੰ, ਅਸੀਂ ਸਿਪਾਹੀ ਹਾਂ। ਅਸੀਂ ਸਾਰੇ ਬਲਵਿੰਦਰ ਸੇਖੋਂ ਆ, ਅਸੀਂ ਸਾਰੇ ਬਲਵਿੰਦਰ ਸੇਖੋਂ ਸਾਂ। ਇੱਕ ਸੇਖੋਂ ਨਹੀਂ ਹੁਣ ਇੱਕ ਸੇਖੋਂ ਨਹੀਂ, ਹੁਣ ਸਾਰੇ ਸੇਖੋਂ ਆ।
ਸੇਖੋ ਸਾਹਿਬ ਅੰਦਰ ਕੰਪਲੇਂਟ ਦੇ ਕੇ ਆਏ ਹੋ ਕੀ ਕਿਹਾ ਕੀ ਉਹਨਾਂ ਨੇ ਕੀ ਭਰੋਸਾ ਨਹੀਂ ਕਹਿਣ ਭਰੋਸੇ ਨੂੰ ਕੀ ਹੈਗਾ ਇਹ ਲਿਖਤੀ ਪੜਤੀ ਹੈ ਭਰੋਸੇ ਨੂੰ। ਮੈਂ ਕਿਹੜਾ ਕੋਈ ਲੀਡਰ ਹੈਗਾ ਜਿਹੜਾ ਭਰੋਸੇ ਲੈ ਕੇ ਆਇਆ। ਮੈਂ ਲਿਖਤੀ ਪੜਤੀ ਦੇ ਕੇ ਆਇਆ, ਰਿਸੀਵ ਹੋ ਗਈ ਹੈ, ਉਹਨਾਂ ਨੂੰ ਉਹ ਤੇ ਕਰਨਾ ਹੀ ਪੈਣੀ ਕਾਰਵਾਈ। ਭਰੋਸਾ ਕਾਹਦਾ ਲੈਣਾ ਹੁੰਦਾ, ਕੋਈ ਝੂਠ ਥੋੜਾ ਮਰਾਉਣਾ ਹੈ। ਟੈਕਨੀਕਲੀ ਗੱਲਾਂ ਸਾਰੀਆਂ ਬਿਲਕੁਲ ਜੀ ਮੰਤਰੀ ਸਾਹਿਬ ਦੇ ਖਿਲਾਫ ਮੰਤਰੀ ਨਾਲ ਕੋ ਸਾਹਿਬ ਕਹਿੰਦੇ ਮੰਤਰੀ ਸਾਹਿਬ ਜਿਹੜੀ ਐਪਲੀਕੇਸ਼ਨ ਦੇ ਕੇ ਆਏ ਹੋ ਤੇ ਤੁਹਾਡੀ ਐਪਲੀਕੇਸ਼ਨ ਤੋਂ ਪਹਿਲਾਂ ਕੀ ਬਿਨਾਂ ਕਿਉਂ ਨਹੀਂ ਇਹਨਾਂ ਨੂੰ ਦਿਖਦਾ ਕਿ ਜਿਹੜੇ ਕਪਲੇ ਹੁੰਦੇ ਉਹ ਕਰ ਰਹੇ ਆ ਜੀ। ਉਹ ਦੇਖੋ ਮੈਨੂੰ ਉਹਨਾਂ ਦੀ ਇਨਵੈਸਟੀਗੇਸ਼ਨ ਦਾ ਮੈਂ ਕੋਈ ਪਾਰਟ ਨਹੀਂ ਹੈਗਾ। ਕੀ ਚੱਲ ਰਿਹਾ ਮੈਨੂੰ ਇਹਦਾ ਨਹੀਂ ਪਤਾ ਹੈਗਾ। ਜਿਹੜਾ ਕੁਝ ਤੁਹਾਨੂੰ ਪਤਾ ਤੁਸੀਂ ਪ੍ਰੈਸ ਵਾਲੇ ਜ਼ਿਆਦਾ ਜਾਣਦੇ ਹੈਗੇ ਆ, ਉਹੀ ਚੀਜ਼ ਮੈਨੂੰ ਪਤਾ ਹੈ। ਉਹ ਇੱਕ ਅਲੱਗ ਪਾਰਟ ਹੈ। ਅਸੀਂ ਤਾਂ ਉਹ ਜਿਹੜਾ ਇੱਕ ਪਾਰਟ ਇਹਦਾ ਇਹ ਛੁਪਿਆ ਹੋਇਆ ਸੀਗਾ, ਜਾਂ ਮੈਂ ਪਿਛਲੇ 2.5 ਸਾਲਾਂ ਤੋਂ ਜਿਹੜਾ ਹੈਗਾ ਕੰਪਲੇਂਟ ਦਿੱਤੀ ਹੋਈ ਹੈ ਸੀਪੀ ਲੁਧਿਆਣਾ ਨੂੰ, ਜਿਹੜੀ ਅੱਜ ਤੱਕ ਪੈਂਡਿੰਗ ਹੈਗੀ, ਜਿਹੜੀ ਕਿਸੇ ਪਾਸੇ ਇਹਨਾਂ ਨੇ ਲਾਈ ਨਹੀਂ ਹੈਗੀ, ਉਹ ਜਿਹੜੀ ਹੁਣ ਇਹਨਾਂ ਨੂੰ ਕਿਸੇ ਪਾਸੇ ਤੱਕ ਲਾਉਣੀ ਪਊਗੀ। ਠੀਕ ਹੈ, ਕਿਉਂਕਿ ਇਹਦਾ ਪਾਰਟ ਆਫ ਇਨਵੈਸਟੀਗੇਸ਼ਨ ਇੱਥੇ ਆ ਗਿਆ। ਤੁਹਾਡੇ ਨਾਲ ਬੜੀ ਧੱਕੇਸ਼ਾਹੀ ਹੋਈ ਸੀ ਉਹ ਕੋਈ ਗੱਲ ਨਹੀਂ। ਅੱਜ ਕਿੱਦਾਂ ਮਹਿਸੂਸ ਕਰ ਰਹੇ ਹੋ? ਕਿੱਦਾਂ ਨੂੰ ਪਹਿਲਾਂ ਵੀ ਠੀਕ ਮਹਿਸੂਸ ਕਰ ਰਿਹਾ ਸੀ, ਮੈਂ ਅੱਜ ਵੀ ਹੋ ਜਾਈ ਹੈਗਾ। ਮੈਨੂੰ ਇਹਨਾਂ ਗੱਲਾਂ ਨਾਲ ਬਹੁਤਾ ਫਰਕ ਨਹੀਂ ਪੈਂਦਾ। ਸੇਖੋ ਸਾਹਿਬ ਜਿਹੜੀਆਂ ਉਹ ਗੱਲਾਂ ਕਹੀਆਂ ਸੀ ਕਿ ਰਿਕਾਰਡਿੰਗ ਔਨ ਕਰ ਲੈ, ਉਹ ਸਾਰੀ ਦੁਨੀਆ ਨੇ ਸੁਣੀਆਂ ਹੋਈਆਂ। ਜਾ ਕੇ ਹਾਈ ਕੋਰਟ ਨੂੰ ਕਹਿ ਦੇ, ਉਹ ਸਾਰੀ ਦੁਨੀਆ ਸੁਣਿਆ। ਆਪਾਂ ਬਾਹਰ ਖੜੇ ਆ, ਉਹ ਅੰਦਰ ਬੈਠਾ ਹੈ। ਹੁਣ ਆਪਾਂ ਕੁਦਰਤ ਦਾ ਇਨਸਾਫ ਵੇਖੀਏ ਕਿ ਮੈਂ ਆਪਣੀਆਂ ਗੱਲਾਂ ਦੱਸ ਕੇ ਵੱਡਾ ਹੋਵਾਂ। ਪਰਮਾਤਮਾ ਦੀ ਅਪਰਪਾਰ ਕਿਰਪਾ ਹੋਈ ਹੈ। ਜਿਹੜੇ ਜ਼ਾਲਮ ਸੀ, ਜਿਹੜੇ ਚਾਹੁੰਦੇ ਸੀ ਕਿ ਮਤਲਬ ਇਹੋ ਜਿਹੀਆਂ ਆਵਾਜ਼ਾਂ ਨੂੰ ਦੱਬਣਾ ਤੇ ਬਦਮਾਸ਼ੀ ਆਪਣੀ ਕੰਮ ਕਰਦੇ ਸੀ, ਅੱਜ ਉਹ ਸਲਾਖਾਂ ਦੇ ਪਿੱਛੇ ਆ। ਆਪਾਂ ਬਾਹਰ ਖੜੇ ਹੋ ਕੇ ਗੱਲ ਕਰ ਰਹੇ ਹਾਂ। ਇਸ ਤੋਂ ਵੱਡੀ ਹੋਰ ਕੁਦਰਤ ਦਾ ਇਨਸਾਫ ਕੀ ਹੋ ਸਕਦਾ? ਤੁਹਾਡਾ ਅਗਲਾ ਸਟੈਪ ਕੀ ਰਹੇਗਾ ਜੀ? ਜੋ ਰੂਟੀਨ ਹੈ ਜੀ, ਜੋ ਰੂਟੀਨ ਹੈ ਅਗਲਾ ਸਟੈਪ ਨੂੰ ਮੈਂ ਕਿਹੜਾ ਇਹਨਾਂ ਵਾਂਗੂ ਜਿਹੜੇ ਆ ਬੈਠੇ ਆ, ਜਿਹੜੇ ਆ ਕਾਂਗਰਸ ਵਾਲੇ ਚੋਰ ਚੱਕੇ ਸਾਰੇ ਇਕੱਠੇ ਹੋਏ ਆ, ਅਸੀਂ ਕਿਹੜਾ ਇਹਨਾਂ ਵਾਂਗੂ ਇਹਨਾਂ ਦੇ ਪ੍ਰੈਸ਼ਰ ਪਾਉਣਾ? ਅਸੀਂ ਤਾਂ ਆਪਣੀ ਗੱਲ ਕਰਕੇ ਆਏ ਆ। ਕਾਨੂੰਨ ਦਾ ਕੰਮ ਹੈ, ਆਲਰੇਡੀ ਕਰ ਰਹੀ ਪੁਲਿਸ। ਠੀਕ ਹੈ, ਆ ਜਿਹੜੀ ਇਸ ਤਰ੍ਹਾਂ ਦੀ ਬਦਮਾਸ਼ੀ ਕਰਕੇ ਵਿਖਾਉਣਾ ਚਾਹੁੰਦੇ ਆਓ ਚੱਲੋ ਉਧਰੋਂ ਵਾਲੇ ਪਾਸੇ ਨੂੰ ਚੱਲਦੇ ਥੋੜਾ ਜਿਹਾ। ਗੱਲ ਕਰਨਾ ਚਾਹਾਂਗੇ ਕਿ ਇਹਨਾਂ ਦੇ ਕੋਲ ਵੀ ਸਾਰੇ ਉਹਦੇ ਵਾਪਸ ਲੈ ਕੇ ਇਹਨਾਂ ਨੂੰ ਅੰਦਰ ਦਿੱਤਾ ਜਾਵੇ, ਦੁਬਾਰਾ ਇਹਨਾਂ ਦਾ ਇਹੋ ਜਿਹਾ ਕੰਮ ਕੀਤਾ ਜਾਵੇ। ਮਾਨ ਸਾਹਿਬ ਕੋਲ ਇਹ ਮੰਗ ਕਰਦੇ ਆ ਕਿ ਇਹੋ ਜਿਹਾ ਕੰਮ ਇਹਨਾਂ ਦਾ ਕੀਤਾ ਜਾਵੇ ਕਿ ਦੁਬਾਰਾ ਇਹ ਇਲੈਕਸ਼ਨ ਲੜਨ ਜੋਗੇ ਨਾ ਰਹਿਣ। ਠੀਕ ਹੈ, ਇਹਨਾਂ ਨੂੰ ਜੇ ਬਾਕੀ ਮੁਲਾਜ਼ਮ ਜੇ ਕੋਈ ਕਾਰਵਾਈ ਕਰ ਜਾਂਦਾ ਨਾ, ਮੁਲਾਜ਼ਮ ਤਾਂ ਕਿਸੇ ਤੱਕ ਪਹੁੰਚ ਜਾਂਦੀ ਗੱਲ ਵੀ ਮੁਲਾਜ਼ਮ ਇਹ ਨਹੀਂ ਹੋਏਗਾ ਦੁਬਾਰਾ ਨੌਕਰੀ ਕਰਨ ਜੋਗਾ ਨਹੀਂ ਰਹਿੰਦਾ। ਤੇ ਜੇ ਇਹਨਾਂ ਨਾਲ ਵੀ ਇਹੋ ਜਿਹਾ ਕੰਮ ਹੋਵੇ ਕਿ ਜੇ ਇਹੋ ਜਿਹਾ ਇਹ ਮੁਲਜ਼ਮ ਬਣ ਜਾਂਦੇ ਨੇ ਨਾ, ਤੇ ਇਹਨਾਂ ਨੂੰ ਇਹੋ ਜਿਹਾ ਵਿੱਚ ਇਨਵੋਲਵ ਕੀਤਾ ਜਾਵੇ, ਦੁਬਾਰਾ ਇਹ ਵੀ ਇਲੈਕਸ਼ਨ ਲੜਨ ਜੋਗੇ ਨਹੀਂ ਹੋਣੇ ਚਾਹੀਦੇ। ਇਹਨਾਂ ਚੀਜ਼ਾਂ ਕਰਕੇ ਆਈਆਂ ਨੇ। ਪਰ ਨੇਤਾ ਤਾਂ ਕਹਿੰਦੇ ਆ ਕਿ ਇਕੱਲੇ ਨੇਤਾ ਨਹੀਂ ਭਾਗੀਦਾਰ ਹੁੰਦੇ, ਅਧਿਕਾਰੀ ਵੀ ਨਾਲ ਹੁੰਦੇ ਹੈਗੇ ਆ ਉਸ ਮਾਮਲੇ 'ਚ। ਤੇ ਜਿਹੜੀ ਸਰਕਾਰ ਹੈ ਅਧਿਕਾਰੀ ਵੀ ਉਹਨਾਂ ਦੇ ਲੱਗੇ ਹੁੰਦੇ, ਜਿਹੜਾ ਨੇਤਾ ਲੱਗਾ ਉਹਦੀ ਸਰਕਾਰ ਹੈ, ਉਹਦੇ ਭਾਗੀ ਉਹੀ। ਅਧਿਕਾਰੀ ਤਾਂ ਹਰ ਪਾਸੇ ਸੇਮ ਹੀ ਰਹਿੰਦੇ ਆ, ਬਸ ਇੱਧਰ ਜਿਹੜੀ ਸਰਕਾਰ ਹੈ, ਜਿਹੜੀ ਸਰਕਾਰ ਦੀ ਬੋਲੀ ਬੋਲਣੀ, ਔਰ ਸਰਕਾਰ ਨੇ ਜਿਹੜਾ ਮਤਲਬ ਹੈ ਉਹੀ ਲਾਉਣਾ, ਦੂਜਾ ਨਹੀਂ ਲੱਗਣਾ ਨੇਤਾ। ਇਹ ਤੁਹਾਨੂੰ ਸਾਰੀ ਪ੍ਰੈਸ ਨੂੰ ਪਤਾ ਹੈ। ਆਪਾਂ ਨਾ ਜੀ ਬੰਦਾ ਚੁਣਦੇ ਆ, ਇਹ ਕੋਈ ਜਿਹੜਾ ਕੋਈ ਲੀਡਰ ਚੁਣਦੇ ਆ ਨਾ, ਇਹ ਆਪਾਂ ਲਾ ਲਓ ਇਹਨਾਂ ਕੋਲ ਕੋਈ ਵੱਖਰਾ ਕੋਈ ਅਧਿਕਾਰ ਆਪਾਂ ਹੀ ਦਿੰਨੇ ਆ। ਲੋਕ ਆਪਾਂ ਲੋਕ ਆਪਣਾ ਨੁਮਾਇੰਦਾ ਚੁਣਦੇ ਆ, ਜਿਹੜਾ ਲਾ ਲਓ ਆਪਣੇ ਏਰੀਏ ਦਾ ਮਿਨਿਸਟਰ ਲਾ ਲਓ, ਟੋਟਲ ਪੰਜਾਬ ਦਾ ਨੁਮਾਇੰਦਗੀ ਕਰਨੀ ਆ, ਅਫਸਰਸ਼ਾਹੀ ਚੱਲਣੀ ਆ। ਅਫਸਰਸ਼ਾਹੀ ਨੂੰ ਇਹਨਾਂ ਨੇ ਚਲਾਉਣਾ, ਇਹਨਾਂ ਨੇ ਵਿਕਣਾ ਹੈਗਾ। ਇੱਕ ਆਮ ਬੰਦੇ ਨੂੰ ਜਦੋਂ ਪਤਾ ਲੱਗ ਜਾਂਦਾ ਆ ਗਲਤ ਆ ਸਹੀ ਆ, ਜਿਹੜੇ ਚੁਣੇ ਹੋਏ ਨੁਮਾਇੰਦੇ ਨੇ 15 ਦਿਨਾਂ ਬਾਅਦ ਉਹਦੇ ਕੈਬਨਿਟ ਮੀਟਿੰਗ ਰੱਖ ਲੈਂਦੇ ਆ, ਦੂਜਾ ਰੱਖ ਲੈਂਦੇ ਆ। ਕੀ ਗੱਲ ਇਹਨਾਂ ਨੇ ਐਮਐਲਏ ਨਹੀਂ ਦੱਸਦੇ ਇਹਨਾਂ ਨੂੰ ਆ ਕੇ? ਆਮ ਬੰਦੇ ਨੂੰ ਪਤਾ ਵੀ ਆਹ ਕਰਪਟ ਆ ਸਿਸਟਮ ਆ ਚੱਲ ਰਿਹਾ, ਇਹਨਾਂ ਨੂੰ ਨਹੀਂ ਪਤਾ। 31 ਤਰੀਕ ਨੂੰ ਸਾਡੇ ਡੀਐਸਪੀ ਸਾਹਿਬ ਨੂੰ ਡਿਸਮਿਸ ਕੀਤਾ ਜਾਂਦਾ ਰਿਟਾਇਰਮੈਂਟ ਵਾਲੇ ਦਿਨ। ਉਦਣ ਕੀ ਗੱਲ, ਇਹ ਜਿੰਨੇ ਸਾਡੇ ਲੀਡਰ ਆ, ਕੋਈ ਐਮਐਲਏ ਆ, ਇਹ ਸਾਰੇ ਚੁੱਪ ਕਰ ਗਏ ਸੀ। ਇਹਨਾਂ ਨੂੰ ਕਿਸੇ ਨੂੰ ਸੁਣਾਈ ਨਹੀਂ ਦਿੱਤਾ। ਜੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਅੱਜ, ਜੇ ਚੋਰਾਂ ਪਿੱਛੇ ਚੋਰ ਆ ਤੇ ਅੱਜ ਪੁਲਿਸ ਪਿੱਛੇ ਪੁਲਿਸ ਵੀ ਖੜੂਗੀ। ਸਾਰੀ ਪੁਲਿਸ ਖੜੂਗੀ। ਖੜਾ, ਪੂਰੇ ਪੰਜਾਬ ਦੀ ਪੁਲਿਸ। ਹਾਂ, ਗੱਲਬਾਤ ਕਰੀਏ। ਤੁਹਾਡੀ ਐਸੋਸੀਏਸ਼ਨ ਹੈ, ਤੁਸੀਂ ਲਿਖਿਆ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ। ਜੀ ਜੀ, ਪਰ ਤੁਸੀਂ ਬੰਦੇ ਬਹੁਤ ਘੱਟ ਆਏ ਅੱਜ ਜੀ ਸਿਰਫ ਇਹਨੇ ਨਾਲ ਆਏ ਅਸੀਂ ਦਰਖਾਸਤ ਦੇਣ। ਠੀਕ ਹੈ ਨਾ ਜੀ, ਅੱਗੇ ਦੇਖਦੇ ਵੀ ਕਾਰਵਾਈ ਕਿੱਦਾਂ ਚੱਲਦੀ ਹੈ, ਕੀ ਹੁੰਦਾ, ਜਾਂ ਅਗਲਾ ਪ੍ਰੋਗਰਾਮ ਸਿੱਖੋ ਸਾਹਿਬ ਹੁੰਦੇ ਆ ਉਹ ਦੇਣਗੇ। ਤੁਹਾਨੂੰ ਬੁਰਾ ਲੱਗੇ, ਪਰ ਇਹ ਤਾਂ ਐ ਲੱਗ ਰਿਹਾ ਕਿ ਗਿਣਤੀ ਦੇ 5-6 ਬੰਦੇ ਹੀ ਹੈਗੇ ਐਸੋਸੀਏਸ਼ਨ। ਬੰਦੇ ਤੇ ਸਾਡੇ ਬਹੁਤ ਆਏ ਸਾਰਾ। ਪਹਿਲਾਂ ਜੀ ਸਿੱਖੋ ਸਾਹਿਬ ਇਕੱਲੇ ਸੀਗੇ। ਨਹੀਂ ਸਰ, ਮੈਂ ਦੇਖੋ ਜੋ ਹਾਂਜੀ ਇੱਕ ਐਸੋਸੀਏਸ਼ਨ ਜਦੋਂ ਹੁੰਦੀ ਜੀ 5-6 ਬੰਦੇ ਹੀ ਨਹੀਂ ਹੁੰਦੇ। 5-6 ਬੰਦੇ ਨੇ ਜੀ। ਲੱਗ ਰਿਹਾ ਕਿ 5 ਬੰਦੇ ਹੀ ਇਕੱਠੇ। ਮੈਂ ਕਿਹਾ ਜੀ ਅਸੀਂ 5 ਹੀ ਆਏ ਜੀ, 5 ਹੀ ਸਮਝੋ ਤੁਸੀਂ। 5 ਤੋਂ 50 ਬਣ ਜਾਂਦੇ ਤੇ 50 ਤੋਂ 500, 500 ਤੋਂ 5000, ਕੋਈ ਚੱਕਰ ਨਹੀਂ ਗਾ। ਪਰ ਜਦੋਂ ਅੱਜ ਇੱਕ ਬੰਦੇ ਨੂੰ ਅੰਦਰ ਦਿੱਤਾ, ਉਸ ਤੋਂ ਬਾਅਦ ਹੀ ਆਪਾਂ ਸੇਖੋ ਸਾਹਿਬ ਦੇ ਨਾਲ ਆਏ। ਪਹਿਲਾਂ ਉਹ ਤਾਂ 5 ਸਾਲ ਬੋਲਦੇ ਰਹੇ, ਉਦੋਂ ਨਹੀਂ ਨਾਲ ਖੜੇ। ਦੇਖੋ ਜੀ, ਅੱਗੇ ਵੀ ਪਰਚੇ ਰਜਿਸਟਰਡ ਹੁੰਦੇ ਆ, ਅੱਗੇ ਮੰਤਰੀਆਂ ਤੇ ਹੁੰਦੇ ਆ, ਪੋਲੀਟੀਸ਼ੀਅਨ ਤੇ ਵੀ ਹੁੰਦੇ ਆ, ਪਰ ਐਦਾਂ ਧਰਨੇ ਨਹੀਂ ਲੱਗਦੇ। ਤੁਸੀਂ ਸਾਰੇ ਪੁਲਿਸ ਵਾਲੇ ਹੈਗੇ? ਹਾਂਜੀ ਹਾਂਜੀ, ਪੁਲਿਸ ਵਾਲੇ ਆ ਜੀ। ਇਹਨਾਂ ਦੀ ਸਰਕਾਰ ਦੇ ਸਤਾਏ ਕੁਛ ਅਸੀਂ ਮੌਜੂਦਾ, ਕੁਛ ਅਸੀਂ ਵੀ ਇਹਨਾਂ ਨੂੰ ਖਰਾਬ ਕੀਤਾ, ਇਹਨਾਂ ਦੀ ਸਰਕਾਰ ਦੇ ਖੜੇ ਆ। ਹਾਂਜੀ 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 ਹਾਂਜੀ, ਤੁਹਾਨੂੰ ਕਿਹਨੇ ਖਰਾਬ ਕੀਤਾ? ਬਸ ਸਾਨੂੰ ਲਾ ਲਓ, ਇਹਨਾਂ ਦਾ ਤਾਂ ਮਾਮਲਾ ਸਾਹਮਣੇ ਆ ਗਿਆ, ਕੁਛ ਮੀਡੀਆ 'ਚ ਆ ਗਿਆ, ਕੁਛ ਪੋਲੀਟੀਸ਼ੀਅਨ ਆ ਗਿਆ ਸਾਹਮਣੇ, ਸਾਰਾ ਕੁਝ ਪਤਾ ਲੱਗ ਗਿਆ। ਅਸੀਂ ਕਈ ਸੈਖੋ ਸਾਹਿਬ ਜੀ ਬਾਕੀ ਅਗਲਾ ਪ੍ਰੋਗਰਾਮ ਦੇਣਗੇ, ਉਹ ਦੱਸਣਗੇ ਅੱਜ। ਅਸੀਂ ਉਹਨਾਂ ਨਾਲ ਆਏ ਆ, ਅਜੇ ਅਸੀਂ ਸਿਰਫ ਲੜਾਈ ਉਹਨਾਂ ਪਿੱਛੇ ਆ। 1000-1500 ਮੁਲਾਜ਼ਮ ਜਿਹੜਾ ਇਹਨਾਂ ਸਰਕਾਰਾਂ ਦੇ ਵੇਲੇ
ਇੱਕ ਸਰਕਾਰ ਨੇ ਗਲਤ ਕੰਮ ਕਰਾਇਆ, ਦੂਜੀ ਨੇ ਆ ਕੇ ਉਸੇ ਮੁਲਾਜ਼ਮਾਂ ਦੇ ਪਰਚਾ ਦੇ ਕੇ ਡਿਸਮਿਸ ਕਰਾਏ। ਔਰ ਇਹ ਮੁਲਾਜ਼ਮ ਤੇ ਸਾਡੇ ਥੋੜੇ ਬਹੁਤ ਦੇਰ ਵੇਟ ਕਰਕੇ ਥੋੜਾ ਜਿਹਾ ਕਿਸੇ ਕਾਰਨ ਕਰਕੇ ਲੇਟ ਮੁਲਾਜ਼ਮ ਸਾਰੇ ਆਏ ਸੀ। ਹੋ ਸਕਦਾ ਕੱਲ ਪੂਰਾ ਪੰਜਾਬ ਇਕੱਠਾ ਹੋਵੇ ਇੱਥੇ, ਸਾਰੇ ਪੰਜਾਬ ਦੇ ਸ਼ਾਇਦ ਕੱਲ ਨੂੰ ਮੁਲਾਜ਼ਮ ਆਣਗੇ। ਕਿੰਨੇ ਕੁ ਮੁਲਾਜ਼ਮ ਹੈਗੇ? ਸਾਰੇ ਪੰਜਾਬ ਦੇ ਕੋਈ ਮੇਰੇ ਹਿਸਾਬ ਨਾਲ ਕੋਈ 1000-1500 ਪਲੱਸ ਪੂਰਾ ਉਹਨਾਂ ਦਾ ਪਰਿਵਾਰ ਵੀ ਨਾਲ, ਸਾਰੇ ਨਾਲ ਬਹੁਤ ਮੁਲਾਜ਼ਮ ਨੇ। ਜਿੰਨੇ ਇਹ ਸਾਰਿਆਂ ਨੂੰ ਖਰਾਬ ਕੀਤਾ, ਸਾਰਿਆਂ ਨੂੰ ਡਿਸਮਿਸ ਕੀਤਾ ਹੈ। ਇਹ ਸਾਰੇ ਕਾਂਗਰਸ ਵੇਲੇ ਹੀ ਹੋਏ ਆ, ਅਕਾਲੀਆਂ ਵੇਲੇ ਵੀ ਹੋਏ, ਕਾਂਗਰਸ ਵੇਲੇ ਵੀ ਹੋਏ, ਦੋਨੋਂ ਵੇਲੇ ਹੋਏ। ਔਰ ਦੋਨਾਂ ਨੇ ਕਿਸੇ ਨੇ ਸੁਣੀ ਨਹੀਂ ਇਹਨਾਂ ਦੀ। ਤੇ ਆਮ ਆਦਮੀ ਸੁਣ ਰਹੀ ਹੈ ਹੁਣ? ਸੁਣ ਰਹੀ ਹੈ ਜੀ, ਬਿਲਕੁਲ ਉਹਨਾਂ ਕੋਲ ਆਵਾਜ਼ ਪਹੁੰਚ ਰਹੀ ਹੈ। ਆਵਾਜ਼ ਪਹੁੰਚੀ ਹੈ ਸਾਡੀ ਤੇ ਤਾਂ ਹੀ ਫੜ ਕੇ ਚੋਰ ਅੰਦਰ ਦਿੱਤਾ। ਆ ਦੂਜਾ ਤੋਰ ਜਿਹੜੇ ਰਾਜਾ ਤੜਿੰਗ ਕਹਿੰਦਾ ਬੋਲਦਾ ਪਿਆ, ਆ ਦਰਜੀ ਦੇ ਕਿਤੇ ਪੈਸੇ ਤੱਕ ਦਿੱਤੇ ਨਹੀਂ। ਇਹ ਤੁਸੀਂ ਸਾਰਾ ਮੀਡੀਆ ਜਾਣਦਾ, ਇਹਦੇ ਕੀ ਇਹਦੇ ਕੋਲ ਉਮੀਦ ਰੱਖਦੇ ਆਪਾਂ? ਕਿਹੜੇ ਦਰਜੀ ਦੇ ਪੈਸੇ ਨਹੀਂ ਦਿੱਤੇ? ਇਹਨੇ ਮੁਕਤਸਰ ਦਰਜੀ ਕੋ ਕੱਪੜੇ ਸਵਾਏ ਤੱਕ ਇਹਨੇ ਦਿੱਤੇ ਨਹੀਂ ਕਿਸੇ ਦੇ ਪੈਸੇ ਉੱਥੇ। ਉਹਨੇ ਰੋਲਾ ਪਾ ਕੇ ਸਾਰੀ ਮੀਡੀਆ ਉਹਦੀ ਆਈ ਹੈ। ਇਹਦੇ ਕੋਲੋਂ ਕੀ ਕਰਾਂਗੇ ਆਪਾਂ? ਹੈ ਇਹ ਅੱਜ ਮੰਤਰੀ ਬਣ ਗਏ ਤੇ ਕੀ ਹੋ ਗਿਆ? ਦੇਖੋ ਇਹੋ ਜਿਹੇ ਅਫਸਰ ਜਿਹੜੇ ਪਹਿਲਾਂ ਹੀ ਡਿਸਮਿਸ ਹੋ ਚੁੱਕੇ ਨੇ ਔਰ ਜਿਨ੍ਹਾਂ ਬਾਰੇ ਸਾਰਾ ਜੱਗ ਜਾਣਦਾ, ਉਹ ਸਾਨੂੰ ਕੀ ਪੜਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅੱਜ ਇਹ ਇੱਕ ਮਾਊਥਪੀਸ ਬਣੇ ਹੋਏ ਨੇ ਸਰਕਾਰ ਦੇ। ਸਰਕਾਰ ਇਹਨਾਂ ਤੋਂ ਬੁਲਾ ਰਹੀ ਹੈ ਔਰ ਇਹ ਆਪਣਾ ਜਿਹੜਾ ਵਾ ਉਹ ਇੱਥੇ ਆ ਕੇ ਬੋਲ ਰਹੇ ਨੇ, ਜਿਹੜੀ ਕਿ ਬਿਲਕੁਲ ਇਹ ਗਲਤ ਗੱਲ ਆ। ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਇਸ ਤਰ੍ਹਾਂ ਜਿਹੜਾ ਟਕਰਾਅ ਦੀ ਰਾਜਨੀਤੀ ਜਿਹੜੀ ਆ ਉਹ ਹੋਰ ਵਧੇਗੀ, ਫਿਰ ਇਹਦੇ ਨਾਲ ਹਾਲਾਤ ਵੀ ਖਰਾਬ ਹੋ ਸਕਦੇ ਨੇ। ਅੱਗੇ ਹੀ ਜਿਹੜੀ ਪੀਸਫੁਲ ਸਟੇਟ ਆ ਉਹਦੇ ਵਿੱਚ ਅੱਜ ਕਿਸ ਤਰ੍ਹਾਂ ਗੈਂਗਵਾਰ ਲੱਗੀ ਹੋਈ ਆ, ਕਿਸ ਤਰ੍ਹਾਂ ਜਿਹੜੇ ਮਾੜੇ ਅਪਰਾਧਿਕ ਲੋਕ ਨੇ ਅੱਜ ਉਹ ਖੁੱਲ੍ਹੇਆਮ ਆਪਣੀਆਂ ਜਿਹੜੀਆਂ ਹਰਕਤਾਂ ਨੂੰ ਅੰਜਾਮ ਦੇ ਰਹੇ ਨੇ। ਸੋ ਇਸ ਕਰਕੇ ਅੱਜ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਨੂੰ ਸਰਕਾਰ ਜਿਹੜੀ ਆ ਉਹ ਆਪਣਾ ਇੱਕ ਮਾਊਥਪੀਸ ਬਣਾ ਕੇ ਬੁਲਵਾ ਰਹੀ ਆ। ਇਹ ਕਾਂਗਰਸ ਪਾਰਟੀ ਦੀ ਨਿੰਦਾ ਕਰਦੀ ਹੈ। ਲੱਗਦਾ ਲਲਕਾਰੇ ਮਾਰ ਕੇ ਬਾਹਰ ਬੁਲਾਇਆ ਜਾ ਰਿਹਾ ਸੀ, ਕੋਈ ਹੁਣ ਕਾਰਵਾਈ ਕਰਾਉਂਗੇ ਕੋਈ? ਦੇਖੋ ਅਸੀਂ ਪਹਿਲੇ ਦਿਨ ਹੀ ਇਹ ਗੱਲ ਦਾ ਐਲਾਨ ਕੀਤਾ ਸੀ ਕਿ ਅਸੀਂ ਜਾਂਚ ਦੇ ਖਿਲਾਫ ਨਹੀਂ ਹੈਗੇ। ਜਿਹਦੀ ਮਰਜ਼ੀ ਜਾਂਚ ਕਰਾ ਲਓ, ਜਿਹਨੂੰ ਮਰਜ਼ੀ ਪੁੱਛਤਾਛ ਕਰ ਲਓ। ਅਸੀਂ ਪੀਸਫੁਲੀ ਜਿਹੜਾ ਵਾ ਉਹ ਵਿਜੀਲੈਂਸ ਦਫ਼ਤਰ ਉੱਥੇ ਮੋਹਾਲੀ ਵੀ ਗਏ ਸੀ ਔਰ ਇੱਥੇ ਵੀ ਸਾਡਾ ਜਿਹੜਾ ਪਿਛਲੇ 3-4 ਦਿਨਾਂ ਤੋਂ ਇਹ ਜਿਹੜਾ ਪ੍ਰੋਟੈਸਟ ਹੈਗਾ ਉਹ ਪੀਸਫੁਲ ਚੱਲ ਰਿਹਾ। ਕੋਈ ਨਾਅਰੇਬਾਜ਼ੀ ਨਹੀਂ ਇਹਦੇ। ਤੁਹਾਡੇ ਲੀਡਰਾਂ ਨੂੰ ਸਰ ਚੋਰ ਕਿਹਾ ਗਿਆ ਇਹਨਾਂ ਵੱਲੋਂ? ਇਹ ਜੋ ਮਰਜ਼ੀ ਕਹਿ ਲੈਣ, ਇਹਨਾਂ ਦੇ ਕਹਿਣ ਦੇ ਨਾਲ, ਚੋਰ ਦੇ ਕਹਿਣ ਨਾਲ ਚੋਰ ਨਹੀਂ ਬਣਾਇਆ ਜਾ ਸਕਦਾ। ਸੋ ਕਹਿੰਦੇ ਜੀ ਧਰਮ ਸੋਧ ਨੂੰ ਫੜਿਆ ਗਿਆ, ਉਹਦੇ ਪਿੱਛੇ ਨਹੀਂ ਗਏ। ਇੱਧਰ ਕੁਝ ਨਾ ਕੁਝ ਪੱਕਾ ਜਿਹੜੇ ਲੀਡਰ ਹੈਗੇ ਨੇ ਉਹ ਕੁਝ ਨਾ ਕੁਝ ਰਲੇ ਹੋਏ ਤਾਂ ਕਰਕੇ ਚਲੋ ਇਹ ਤਾਂ ਸੱਚ ਦਾ ਸੱਚ, ਜਿਹੜਾ ਝੂਠ ਦਾ ਝੂਠ ਸਾਹਮਣੇ ਆਏਗਾ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਏਗਾ। ਸਾਨੂੰ ਆਪਣੀ ਨਿਆਂਪਾਲਕੀ ਤੇ ਪੂਰਾ ਭਰੋਸਾ ਹੈਗਾ। ਸਾਧੂ ਸਿੰਘ ਜੀ ਦੇ ਮਗਰ ਸਾਰੀ ਸਮੁੱਚੀ ਕਾਂਗਰਸ ਪਾਰਟੀ ਵਿਜੀਲੈਂਸ ਦਫ਼ਤਰ ਵੀ ਗਈ ਸੀ, ਬਕਾਇਦਾ ਤੌਰ ਤੇ ਉਹਨਾਂ ਨੂੰ ਜੇਲ੍ਹ 'ਚ ਵੀ ਮਿਲ ਕੇ ਆਏ ਆ ਸਾਰੇ। ਸਾਡੇ ਕਾਂਗਰਸ ਦੇ ਪ੍ਰਧਾਨ ਵੀ ਗਏ, ਮੈਂ ਖੁਦ ਵੀ ਜੇਲ੍ਹ ਜਾ ਕੇ ਉੱਥੇ ਨਾਭੇ 'ਚ ਉਹਨਾਂ ਨੂੰ ਮਿਲ ਕੇ ਆਇਆ, ਉਹਨਾਂ ਨਾਲ ਮੁਲਾਕਾਤ ਕਰਕੇ ਆਇਆ। ਉਹ ਪੂਰੀ ਚੜ੍ਹਦੀ ਕਲਾ 'ਚ ਨੇ ਔਰ ਉਹਨਾਂ ਨੂੰ ਵੀ ਝੂਠਾ ਫਸਾਇਆ ਗਿਆ। ਔਰ ਅੱਜ ਸਿਰਫ ਕਾਂਗਰਸੀਆਂ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ? ਅੱਜ ਕਿਉਂ ਨਹੀਂ ਹੋਰ ਕਿਸੇ ਪਾਰਟੀ ਦੇ ਕਿਸੇ ਆਗੂ ਨੂੰ ਕਿਉਂ ਨਹੀਂ ਟਾਰਗੇਟ ਕੀਤਾ ਜਾ ਰਿਹਾ? ਔਰ ਜਿਹੜੇ ਕਾਂਗਰਸ ਦੇ ਲੋਕ ਜਿਹੜੇ ਉਹ ਚੌਧਿਆਂ ਤੇ ਵੀ ਰਹੇ, ਅੱਜ ਜੇ ਉਹ ਬੀਜੇਪੀ ਚਲੇ ਜਾਂਦੇ ਨੇ ਤਾਂ ਉਹ ਦੋ ਧੋਤੇ ਹੋ ਜਾਂਦੇ ਨੇ। ਸੋ ਇਸ ਕਰਕੇ ਅੱਜ ਇਹ ਏ ਟੀਮ ਤੇ ਬੀ ਟੀਮ ਦਾ ਨਹੀਂ ਸਮਝ ਆ ਰਹੀ ਵੀ ਬੀਜੇਪੀ ਏ ਟੀਮ ਆ ਔਰ ਇਹ ਉਹਦੀ ਉਹ ਬੀ ਟੀਮ ਜਿਹੜੀ ਆਮ ਆਦਮੀ ਦੀ ਸਰਕਾਰ ਪੰਜਾਬ ਚੱਲ ਰਹੀ ਹੈ ਉਹ ਸਿਰਫ ਤੇ ਸਿਰਫ ਕਾਂਗਰਸ ਨੂੰ ਹੀ ਟਾਰਗੇਟ ਕਰਕੇ ਚੱਲ ਰਹੀ ਹੈ। ਤੁਸੀਂ ਆਪ ਆਸ਼ੂ ਜਗਤਾਰ ਕਰਾਉਣ ਗਏ ਸੀ ਜੋ ਜਿਹਨਾਂ ਦੇ ਦਫ਼ਤਰ ਗਏ ਸੀ, ਲੇਕਿਨ ਜਦੋਂ ਜਾਣੇ ਉਹਨਾਂ ਨੂੰ ਅਰੈਸਟ ਕੀਤਾ ਗਿਆ, ਤੁਸੀਂ ਉਹ ਧਰਨਾ ਕੇ ਬੈਠੇ ਹੋ ਤੇ ਉੱਥੇ ਕੀ ਬੇਸਿਸ ਤੇ ਧਰਨਾ ਨਹੀਂ ਕਰੋੜ ਜਾਏਗੀ? ਨਹੀਂ ਦੇਖੋ, ਉੱਥੇ ਅਸੀਂ ਕਿਹਾ ਸੀ ਵੀ ਲਿਆਓ, ਅਗਰ ਕੋਈ ਆਸ਼ੂ ਜੀ ਦੇ ਖਿਲਾਫ ਕੋਈ ਗੱਲ ਬਣ ਰਹੀ ਆ ਤਾਂ ਤੁਸੀਂ ਇਹਨਾਂ ਨੂੰ ਇੱਥੇ ਗ੍ਰਿਫਤਾਰ ਕਰੋ, ਸਾਰਿਆਂ ਦੇ ਸਾਹਮਣੇ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰੋ। ਉਦੋਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਜਦੋਂ ਵਿਜੀਲੈਂਸ ਦੇ ਦਫ਼ਤਰ ਤੇ ਖੜੇ ਹੋ ਕੇ ਸ਼ਰੇਆਮ ਕਹਿ ਰਹੇ ਸੀ ਔਰ ਜਾਣ ਕੇ ਪਿਛਲੇ ਦਰਵਾਜ਼ੇ ਰਾਹੀਂ ਤੁਸੀਂ ਉਹਨਾਂ ਨੂੰ ਫੜ ਰਹੇ ਹੋ? ਇਹ ਮੋਹਾਲੀ ਉਹਨਾਂ ਦਾ ਚੀਫ ਵਿਜੀਲੈਂਸ ਆਫਿਸ ਹੈ ਉੱਤੇ, ਉਹ ਸਾਰੇ ਜਿਹੜੇ ਉੱਥੇ ਉੱਚ ਅਫਸਰ ਉੱਥੋਂ ਹੀ ਤਾਰਾਂ ਹਿਲਦੀਆਂ ਨੇ। ਉੱਥੇ ਅਸੀਂ ਗਏ ਸੀਗੇ ਵੀ ਦੱਸੋ, ਜਿਹਨੂੰ ਮਰਜ਼ੀ ਪੁੱਛ ਲਓ, ਸਾਰੀ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਤੁਹਾਡੇ ਸਾਹਮਣੇ ਆ, ਜਿਹਦੋਂ ਮਰਜ਼ੀ ਪੁੱਛ-ਦੱਸ ਕਰ ਲਓ, ਜਿਹਨੂੰ ਮਰਜ਼ੀ ਇੱਥੇ ਬਿਠਾਉਣਾ ਬਿਠਾ ਲਓ। ਅਸੀਂ ਉਦੋਂ ਵੀ ਪੀਸਫੁਲੀ ਉੱਥੇ ਆਪਣਾ ਗੱਲ ਲੈ ਕੇ ਗਏ ਸੀ, ਅੱਜ ਵੀ ਇੱਥੇ ਪੀਸਫੁਲੀ ਬੈਠੇ। ਤੁਸੀਂ ਸਾਬਕਾ ਮੰਤਰੀ ਰਹੇ ਹੋ, ਤੁਸੀਂ ਕਾਨੂੰਨ ਦੀ ਕੀ ਵੈਲਿਊ ਹੁੰਦੀ ਹੈ ਤੁਸੀਂ ਭਲੀ ਭਾਂਤੀ ਸਮਝਦੇ ਹੋ। ਅੱਜ ਧਾਰਾ 144 ਲੱਗੀ ਹੋਈ ਹੈ ਪਰ ਫਿਰ ਵੀ ਤੁਸੀਂ ਸਾਰੇ ਇੱਥੇ ਇਕੱਠ ਹੈ ਕਿਉਂ? ਦੇਖੋ, ਇਹ ਪਬਲਿਕ ਜਿਹੜਾ ਵਾ ਆਫਿਸ ਹੈ, ਇੱਥੇ ਕੋਈ ਵੀ ਆ ਸਕਦਾ। ਧਾਰਾ 144 ਇੱਥੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ। ਧਾਰਾ 144 ਲੱਗੀ, 5 ਬੰਦੇ ਇਕੱਠੇ ਨਹੀਂ ਹੋ ਸਕਦੇ। ਅਸੀਂ ਤਾਂ ਇਹ ਕਹਿ ਰਹੇ ਹਾਂ, ਤੁਸੀਂ ਇੰਨੀ ਤਾਦਾਦ 'ਚ ਕੀ ਦਿਖਾਣਾ ਚਾਹ ਰਹੇ ਹੋ? ਧਾਰਾ 144 ਦਾ ਮਤਲਬ ਹੈ ਵੀ ਕਿਸੇ ਸੜਕ ਦੇ ਉੱਤੇ ਜਾਂ ਤੁਸੀਂ ਇਸ ਤਰ੍ਹਾਂ ਕੋਈ ਕਿਸੇ ਦੀ ਰੁਕਾਵਟ ਬਣ ਕੇ ਨਹੀਂ ਖੜ ਸਕਦੇ। ਚਾਰ ਦੀਵਾਰੀ ਦੇ ਅੰਦਰ, ਅਸੀਂ ਕੋਈ ਚਾਰ ਦੀਵਾਰੀ ਦੇ ਬਾਹਰ ਨਹੀਂ ਹੈਗੇ, ਚਾਰ ਦੀਵਾਰੀ ਦੇ ਅੰਦਰ ਦਫ਼ਤਰ ਚੱਲ ਰਿਹਾ ਔਰ ਉਹਦੇ ਇਹ ਪਬਲਿਕ ਦਫ਼ਤਰ ਆ, ਕੋਈ ਵੀ ਇੱਥੇ ਆ ਕੇ ਬੈਠ ਸਕਦਾ।